ਸਾਉਣ ਦਾ ਮਹੀਨਾ ਸ਼ੁਰੂ ਹੋ ਗਿਆ ਵਾ ਜੀ ਔਰ ਸਾਉਣ ਦੇ ਮਹੀਨੇ ਵਿੱਚ ਖਾਸ ਕਰਕੇ ਅਸੀਂ ਤੁਹਾਨੂੰ ਲੈ ਕੇ ਆਉਂਦੇ ਹਾਂ ਜੀ ਸਾਡੇ ਗੁਰਦਾਸਪੁਰ ਪਠਾਨਕੋਟ ਜ਼ਿਲ੍ਹੇ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਜੀ ਉਹਨਾਂ ਦੇ ਦਰਸ਼ਨ ਕਰਾਉਂਦੇ ਹਾਂ, ਰੂਬਰੂ ਕਰਾਉਂਦੇ ਹਾਂ ਜੀ। ਇਹ ਸਿਲਸਿਲਾ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਾਡਾ ਚੱਲਦਾ ਆ ਰਿਹਾ ਵਾ। ਉਹ ਤੁਹਾਨੂੰ ਅਸੀਂ ਜਿੰਨੇ ਵੀ ਸਾਡੇ ਇਲਾਕੇ ਦੇ ਧਾਰਮਿਕ ਸਥਾਨ ਆ ਜੀ ਉਹਨਾਂ ਦੇ ਦਰਸ਼ਨ ਕਰਾਏ ਆ। ਸੋ ਸਾਉਣ ਮਹੀਨੇ ਵਿੱਚ ਖਾਸ ਕਰਕੇ ਅਸੀਂ ਜਿਹੜੇ ਸਾਡੇ ਇਤਿਹਾਸਿਕ ਜਗ੍ਹਾ ਨੇ, ਇਤਿਹਾਸਿਕ ਸਥਾਨ ਨੇ ਜਿਹੜੇ ਉਹਨਾਂ ਦੇ ਦਰਸ਼ਨ ਕਰਾਈਦੇ ਆ। ਸੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਜੀ ਪਠਾਨਕੋਟ ਦੇ ਜਿਹੜਾ ਮੈਂ ਤੁਹਾਨੂੰ ਥੋੜ੍ਹਾ ਸਮਝਾ ਦੇਣਾ, ਐਡਰੈਸ ਥੋੜ੍ਹਾ ਸਮਝਾਉਣਾ ਜੀ। ਗੁਰਦਾਸਪੁਰ ਪਠਾਨਕੋਟ ਜਿਹੜਾ ਹਾਈਵੇ ਰੋਡ ਹੈ ਨਾ ਜੀ, ਜਿਹੜਾ ਟੋਲ ਪਲਾਜ਼ਾ ਵਾ, ਟੋਲ ਪਲਾਜ਼ੇ ਤੋਂ ਬਿਲਕੁਲ ਜਿਹੜਾ ਵਾ ਜੀ ਸੱਜੇ ਬੰਨੇ ਜਿਹੜਾ ਰਸਤਾ ਮੁੜਦਾ ਵਾ ਕਟਾਰੂ ਚੱਕ ਪਿੰਡ ਵਾ ਜੀ। ਸੋ ਕਟਾਰੂ ਚੱਕ ਪਿੰਡ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਮੰਦਿਰ ਸਥਿਤ ਹੈ ਜੀ, ਜਿਹਨੂੰ ਅਸੀਂ ਕਹਿੰਦੇ ਆ ਚਟਪਟ ਬਣੀ ਦੇ ਨਾਂ 'ਤੇ ਇਹ ਜਿਹੜਾ ਮਸ਼ਹੂਰ ਮੰਦਿਰ ਹੈ ਜੀ। ਔਰ ਦੂਰ ਦੂਰ ਤੋਂ ਸ਼ਰਧਾਲੂ ਇਸ ਦਰਬਾਰ 'ਚ ਪਹੁੰਚਦੇ ਆ। ਇਤਿਹਾਸਿਕ ਸਥਾਨ ਹੈ ਜੀ। ਤੁਸੀਂ ਯਕੀਨ ਮੰਨਿਓ ਇਸ ਦੁਆਰੇ 'ਤੇ ਜਦੋਂ ਆਓਗੇ, ਇਸ ਮੰਦਿਰ 'ਚ ਆਓਗੇ ਤਾਂ ਤੁਹਾਨੂੰ ਅਹਿਸਾਸ ਹੋਏਗਾ ਭਗਵਾਨ ਦੇ ਦਰਸ਼ਨ ਹੋਣਗੇ ਔਰ ਤੁਹਾਨੂੰ ਅਹਿਸਾਸ ਹੋਏਗਾ ਮਹਾਰਾਜ ਦਾ ਐਡਾ ਪਵਿੱਤਰ ਸਥਾਨ ਆ। ਔਰ ਸ਼ਾਂਤੀ ਜਿਹੜੀ ਹੈ ਨਾ ਜੀ, ਮੈਂ ਬਿਆਨ ਨਹੀਂ ਕਰ ਸਕਦਾ, ਲਫ਼ਜ਼ਾਂ ਵਿੱਚ ਨਹੀਂ ਬਿਆਨ ਕਰ ਸਕਦਾ, ਇੰਨੀ ਸ਼ਾਂਤੀ ਇਸ ਮੰਦਿਰ ਵਿੱਚ ਆ। ਔਰ ਭਗਵਾਨ ਇੰਨੀ ਕਿਰਪਾ ਕਰਦੇ ਆ ਸ਼ਰਧਾਲੂਆਂ 'ਤੇ, ਸੱਚੇ ਮਨ ਨਾਲ ਇੱਕ ਵਾਰੀ ਜਿਹੜਾ ਆ ਜਾਂਦਾ ਨਾ ਜੀ, ਇੱਕ ਵਾਰੀ ਆ ਕੇ ਜਿਹੜਾ ਇੱਥੇ ਸ਼ਿਵਲਿੰਗ 'ਤੇ ਜਲ ਚੜਾ ਜਾਂਦਾ ਵਾ ਤਾਂ ਉਹਦੀਆਂ ਸਾਰੀਆਂ ਮਨੋਕਾਮਨਾ ਪੂਰਨ ਹੋ ਜਾਂਦੀਆਂ ਜੀ। ਇਹ ਬਿਲਕੁਲ ਸੱਚ ਵਾ ਜੀ ਜਿਹੜੇ ਮੈਂ ਸ਼ਬਦ ਬੋਲ ਰਿਹਾ ਵਾਂ। ਸੋ ਇਸ ਸਮੇਂ ਜਿਹੜਾ ਮੈਂ ਖੜਾ ਜੀ, ਇਸ ਸਮੇਂ ਮੈਂ ਇਹ ਜੰਗਲ 'ਚ ਖੜਾ ਵਾਂ ਜੀ। ਇਹ ਮੰਦਿਰ ਜਿਹੜਾ ਨਾ, ਇਹ ਟੋਟਲੀ ਇੱਕ ਜੰਗਲ ਆ ਜੀ, ਪੂਰੇ ਜੰਗਲ ਆ। ਜੰਗਲ ਦੇ ਵਿੱਚ ਇਹ ਮੰਦਿਰ ਸਥਿਤ ਆ ਜੀ। ਸੋ ਇਹ ਜੰਗਲ ਜਿਹੜਾ ਇਹ ਵੀ ਇੱਕ ਰਹੱਸਮਈ ਜੰਗਲ ਆ ਜੀ। ਵੱਡੀ ਗੱਲ ਜਿਹੜੀ ਹੈ ਨਾ, ਇਹ ਜੰਗਲ ਜਿਹੜਾ ਸਾਡੇ ਇਲਾਕੇ ਨਾਲ ਮੇਲ ਨਹੀਂ ਖਾਂਦਾ ਜੀ। ਇਹ ਸਾਰਾ ਜੰਗਲ ਜਿਹੜਾ ਵਾ ਨਾ, ਇਹ ਹਿਮਾਲਿਆ ਦਾ ਜਿਹੜਾ ਹਿਮਾਲਿਆ ਦੇ ਬ੍ਰਿਕਸ਼ ਨੇ, ਸਾਰੇ ਪਹਾੜੀ ਬ੍ਰਿਕਸ਼ ਨੇ। ਸਾਡੇ ਪੰਜਾਬ ਨਾਲ ਕੋਈ ਇਹਦਾ ਮੇਲ ਨਹੀਂ ਹੈਗਾ ਜੀ। ਪਰ ਭਗਵਾਨ ਦੀ ਕਿਰਪਾ ਨਾਲ, ਪ੍ਰਭੂ ਦੀ ਕਿਰਪਾ ਨਾਲ ਇਹ ਜਿਹੜਾ ਜੰਗਲ ਇੱਥੇ ਸਥਿਤ ਵਾ ਜੀ। ਔਰ ਸਿਰਫ ਇਹ ਬਾਉਂਡਰੀ ਜਿਹੜੀ ਜੰਗਲ ਦੀ ਹੈ, ਜੰਗਲ ਓਨਾ ਹੀ ਆ, ਕਿਤੇ ਬਾਹਰ ਨਹੀਂ ਆਇਆ ਬ੍ਰਿਕਸ਼ ਕੋਈ। ਸਿਰਫ ਇਸ ਮੰਦਿਰ ਦੇ ਵਿੱਚ ਇਹ ਬ੍ਰਿਕਸ਼ ਨੇ, ਇਸ ਮੰਦਿਰ 'ਚ ਇਹ ਜੰਗਲ ਆ। ਔਰ ਜੰਗਲ ਦੇ ਤੁਹਾਨੂੰ ਮੈਂ ਥੋੜ੍ਹਾ ਵੀ ਦੱਸ ਦਿੰਦਾ ਵੀ ਇਹ ਲੱਕੜੀ ਜਿਹੜੀ ਕਿਸ ਕੰਮ ਆਉਂਦੀ ਹੈ ਜੀ। ਇਸ ਜੰਗਲ ਦੀ ਲੱਕੜੀ ਜਿਹੜੀ ਆ, ਇੱਥੋਂ ਦੇ ਬਾਬਾ ਜੀ ਦੱਸਦੇ ਨੇ ਵੀ ਇਹ ਲੱਕੜੀ ਸਿਰਫ ਤਾਂ ਸਿਰਫ ਜਿਹੜੀ ਹੈ ਨਾ ਧੂਣਾ ਜਲਾਣੇ ਦੇ ਕੰਮ ਆਉਂਦੀ ਹੈ ਜੀ। ਬਾਬਾ ਜੀ ਦੇ ਧੂਣੇ ਵਿੱਚ ਕੰਮ ਆਉਂਦੀ ਆ, ਜਾਂ ਇਹ ਲੱਕੜੀ ਜਿਹੜੀ ਆ ਜਦੋਂ ਜੱਗੇ ਹੁੰਦੇ ਨੇ ਤਾਂ ਉਹਦੇ ਜੱਗੇ ਵਿੱਚ ਕੰਮ ਜਿਹੜੀ ਇਸਤੇਮਾਲ ਕੀਤੀ ਜਾਂਦੀ ਹੈ ਜੀ। ਹੋਰ ਕਿਸੇ ਵੀ ਕੰਮ 'ਚ ਇਸਤੇਮਾਲ ਨਹੀਂ ਕੀਤੀ ਜਾਂਦੀ। ਜੇਕਰ ਇਹ ਲੱਕੜੀ ਕੋਈ ਕੱਟ ਕੇ ਆਪਣੇ ਘਰ ਲੈ ਜਾਂਦਾ ਵਾ ਤਾਂ ਉਹਦੇ ਘਰ ਵਿੱਚ ਵੱਡਾ ਨੁਕਸਾਨ ਹੋ ਜਾਂਦਾ ਜੀ। ਕਿਸੇ ਦੀ ਮੌਤ ਵੀ ਹੋ ਜਾਂਦੀ ਆ ਜਾਂ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਵਾ। ਮਤਲਬ ਇਹ ਲੱਕੜ ਤੁਸੀਂ ਕੱਟ ਕੇ ਆਪਣੇ ਘਰ ਨਹੀਂ ਲਿਜਾ ਸਕਦੇ, ਇੰਨੀ ਪਾਵਰਫੁਲ ਜਗ੍ਹਾ ਵਾ ਜੀ ਇਹ। ਦੇਖੋ ਇੰਨੀ ਪਾਵਰਫੁਲ ਜਗ੍ਹਾ ਵਾ। ਇਸ ਜੰਗਲ ਦੇ ਹੋਰ ਵੀ ਬੜੇ ਰਹੱਸੇ ਨੇ ਜੀ, ਜਿਹਦੀ ਜ਼ਿਆਦਾ ਜਾਣਕਾਰੀ ਸਾਨੂੰ ਇੱਥੋਂ ਦੇ ਜਿਹੜੇ ਬਾਬਾ ਜੀ ਨੇ ਜਿਹੜੇ ਇੱਥੇ ਸੇਵਾ ਨਿਭਾ ਰਹੇ ਨੇ ਉਹ ਸਾਨੂੰ ਦੱਸਣਗੇ, ਕਿਉਂਕਿ ਜ਼ਿਆਦਾ ਜਾਣਕਾਰੀ ਸਾਨੂੰ ਉਹਨਾਂ ਕੋਲ ਮਿਲ ਸਕਦੀ ਆ। ਸੋ ਇਸ ਸਮੇਂ ਅਸੀਂ ਜੰਗਲ ਦੇ ਵਿੱਚ ਖੜ੍ਹੇ ਹਾਂ। ਸੋ ਤੁਹਾਨੂੰ ਮੰਦਿਰ ਦੇ ਅੰਦਰ ਲੈ ਕੇ ਵੀ ਚੱਲਦੇ ਹਾਂ, ਭਗਵਾਨ ਭੋਲੇਨਾਥ ਦੇ ਦਰਸ਼ਨ ਵੀ ਕਰਾਵਾਂਗੇ। ਸੋ ਇੱਥੇ ਜਿਹੜੀ ਆ ਬੌਲੀ ਨੇ ਜੀ, ਜਿੱਥੇ ਇਸ਼ਨਾਨ ਕਰਦੇ ਲੋਕੀ, ਉਹ ਵੀ ਜ਼ਮੀਨ 'ਚੋਂ ਆਪਣੇ ਆਪ ਪਾਣੀ ਨਿਕਲਿਆ ਦਾ ਜੀ, ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ। ਦੇਖੋ ਜਿੰਨਾ ਕੁ ਮੈਨੂੰ ਪਤਾ ਇਹਦੇ ਬਾਰੇ ਉਹ ਮੈਂ ਤੁਹਾਨੂੰ ਥੋੜ੍ਹਾ ਸ਼ਾਰਟਲੀ ਦੱਸ ਦਿੰਦਾ ਵਾਂ, ਕਿਉਂਕਿ ਜ਼ਿਆਦਾ ਜਾਣਕਾਰੀ ਅਸੀਂ ਬਾਬਾ ਜੀ ਕੋਲ ਲਵਾਂਗੇ। ਦੱਸਦੇ ਨੇ ਵੀ ਇੱਥੇ ਮਹਾਰਾਜ ਚਪਟਨਾਥ ਜਿਹੜੇ ਸਨ ਉਹ ਤਪ ਕਰ ਰਹੇ ਸੀ। ਔਰ ਇਹ ਜਿਹੜੀਆਂ ਪੈਲੀਆਂ ਹੁੰਦੀਆਂ ਸੀ ਜੀ, ਉਹ ਪੈਲੀ ਵਿੱਚ ਤਪ ਕਰ ਰਹੇ ਸੀ। ਔਰ ਕੋਈ ਜ਼ਿਮੀਂਦਾਰ ਆਇਆ, ਉਹਨਾਂ ਨੇ ਆ ਕੇ ਉਹਨਾਂ ਨੂੰ ਠਾਲਿਆ ਵੀ ਤੁਸੀਂ ਇੱਥੇ ਬਾਬਾ ਜੀ ਇੱਥੇ ਭਗਤੀ ਨਹੀਂ ਕਰ ਸਕਦੇ। ਬਾਬਾ ਜੀ ਆਪਣੀ ਭਗਤੀ ਵਿੱਚ ਜਿਹੜੀ ਆਪਣੇ ਮਤਲਬ ਵੀ ਲੀਨ ਸੀ, ਉਹ ਆਪਣੀ ਭਗਤੀ ਲੀਨ ਸਨ। ਤਾਂ ਉਸ ਜ਼ਿਮੀਂਦਾਰ ਦੇ ਦਿਮਾਗ 'ਚ ਆਇਆ ਵੀ ਇਹ ਬਾਬਾ ਜਿਹੜਾ ਵਾ ਸਾਡੀ ਜ਼ਮੀਨ 'ਤੇ ਕਬਜ਼ਾ ਨਾ ਕਰ ਲਏ ਕਿਤੇ। ਸੋ ਇੱਦਾਂ ਦੀ ਦੱਸਦੇ ਆ ਵੀ ਕਬਜ਼ਾ ਨਾ ਕਰ ਲਏ ਕਿਤੇ। ਤਾਂ ਉਹ ਜਿਹੜਾ ਜ਼ਿਮੀਂਦਾਰ ਨੇ ਕੀਤਾ ਵੀ ਜਿਹੜਾ ਸੁਹਾਗਾ ਸੀ ਨਾ ਜੀ, ਉਹ ਬਾਬਾ ਜੀ ਦੇ ਉੱਪਰ ਚੜ੍ਹਾਤਾ। ਸੋ ਬਾਬਾ ਜੀ ਜਿਹੜੇ ਆ ਕਹਿੰਦੇ ਵੀ ਅਗਲੇ ਬੰਨੇ ਡਿੱਗੇ ਆ। ਬਾਬਾ ਜੀ ਦੇ ਜਿਹੜੇ ਅਰਕਾਂ ਜਿਹੜੀਆਂ ਵੱਜੀਆਂ ਜਿੱਥੇ, ਔਰ ਸਿਰ ਜਿਹੜਾ ਵੱਜਿਆ ਜੀ, ਉੱਥੇ ਕਹਿੰਦੇ ਪਾਣੀ ਦੇ ਫੁਹਾਰੇ ਨਿਕਲ ਆਏ ਜੀ। ਉਹ ਬੋਲੀਆਂ ਬਣ ਗਈਆਂ ਜੀ। ਔਰ ਉਹ ਜੋ ਜਾਣੀ ਅੱਜ ਵੀ ਉਹ ਬੋਲੀਆਂ ਸਥਿਤ ਨੇ ਇੱਥੇ ਜੀ। ਅੱਜ ਵੀ ਉਹ ਪਾਣੀ ਜਿਹੜਾ ਵਾ ਇੱਥੋਂ ਨਿਕਲ ਰਿਹਾ, ਉੱਦਾਂ ਹੀ ਨਿਕਲ ਰਿਹਾ। ਸਦੀਆਂ ਦਾ ਪਾਣੀ ਇੱਥੋਂ ਨਿਕਲਦਾ ਪਿਆ ਵਾ ਔਰ ਬੋਲੀਆਂ ਚੱਲਦੀ ਪਈਆਂ, ਲੋਕੀ ਇਸ਼ਨਾਨ ਕਰਦੇ ਉੱਥੇ ਜੀ। ਸੋ ਦੱਸਦੇ ਵੀ ਉਸ ਸਮੇਂ ਬਾਬਾ ਜੀ ਨੇ ਜਿਹੜਾ ਗੁੱਸੇ 'ਚ ਆ ਕੇ ਜਿਹੜਾ ਜੀ ਉਸ ਜ਼ਿਮੀਂਦਾਰ ਨੂੰ ਸ਼ਰਾਪ ਦਿੱਤਾ ਸੀ। ਔਰ ਇਹ ਜਿਹੜਾ ਸਾਰਾ ਜੰਗਲ ਇੱਥੇ ਸਥਾਪਿਤ ਕਰਤਾ ਸੀ ਜੀ, ਆਪਣੀ ਸ਼ਕਤੀ ਦੇ ਨਾਲ, ਦੇਵੀ ਸ਼ਕਤੀ ਦੇ ਨਾਲ ਇਹ ਜੰਗਲ ਇੱਥੇ ਸਥਾਪਿਤ ਕਰਤਾ ਸੀ। ਔਰ ਕਿਹਾ ਸੀ ਵੀ ਇਹ ਜ਼ਮੀਨ ਤੇਰੇ ਕਿਸੇ ਕੰਮ ਨਹੀਂ ਆਏਗੀ। ਔਰ ਵਾਕਈ ਉਹ ਜ਼ਮੀਨ ਜਿਹੜੀ ਆ ਜੀ ਅੱਜ ਇੱਕ ਜੰਗਲ ਦਾ ਰੂਪ ਲੈ ਚੁੱਕੀ ਹੈ। ਔਰ ਇੱਥੇ ਮੰਦਿਰ ਆ, ਔਰ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ। ਫਿਲਹਾਲ ਤੁਹਾਨੂੰ ਮੈਂ ਜੰਗਲ 'ਚ ਲੈ ਕੇ ਆਇਆ ਵਾਂ, ਜੰਗਲ ਦਿਖਾ ਰਿਹਾ ਵਾਂ। ਮੈਂ ਕਹਿੰਦਾ ਇੱਕ ਵਾਰੀ ਦਿਖਾਓ ਜਰਾ ਬ੍ਰਿਕਸ਼ ਜਿਹੜੇ ਆ ਜੀ। ਇਹ ਬ੍ਰਿਕਸ਼ ਦੇਖੋ, ਇਹ ਸਾਡੇ ਨਾਲ ਮੇਲ ਨਹੀਂ ਖਾਂਦੇ। ਇਹ ਟੋਟਲੀ ਬ੍ਰਿਕਸ਼ ਜਿਹੜੇ ਆ ਨਾ ਜੀ ਹਿਮਾਲਿਆ ਦੇ ਬ੍ਰਿਕਸ਼ ਨੇ, ਅਦਭੁਤ ਨੇ ਜੀ। ਔਰ ਇਹ ਜੰਗਲ ਵੀ ਇੰਨਾ ਘਣਾ ਵਾ ਜੀ, ਥੋੜ੍ਹਾ ਅੱਗੇ ਜਾ ਕੇ ਦੇਖਦੇ ਹਾਂ। ਥੋੜ੍ਹਾ ਜਿਹਾ ਅੱਗੇ ਆ ਜਾਓ ਮੇਰੇ ਵੀਰ। ਇਹ ਦੇਖੋ ਇਹ ਇੰਨਾ ਕੁ ਘਣਾ ਜੰਗਲ ਹੈ ਵੀ ਇਹਦੇ ਵਿੱਚੋਂ ਤੁਸੀਂ ਕ੍ਰਾਸ ਕਰਨਾ ਵੀ ਬੜਾ ਔਖਾ ਵਾ ਜੀ, ਬੜਾ ਔਖਾ ਕ੍ਰਾਸ ਕਰ ਸਕਦੇ ਹੋ। ਸੋ ਅਸੀਂ ਅੱਗੇ ਜ਼ਿਆਦਾ ਨਹੀਂ ਜਾਵਾਂਗੇ, ਕਿਉਂਕਿ ਜੰਗਲ ਆ, ਜੰਗਲ 'ਚ ਦੇਖੋ ਜਾਨਵਰ ਵੀ ਹੋ ਸਕਦੇ ਵਾ। ਅਤੇ ਜਿੱਥੋਂ ਅਸੀਂ ਤਾਂ ਦੇਖੋ ਸਾਡੀ ਜਿੰਨੀ ਕੁ ਕੋਸ਼ਿਸ਼ ਹੋਏਗੀ ਵੀ ਤੁਹਾਨੂੰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਹ ਦੇਖੋ ਬ੍ਰਿਕਸ਼, ਇਹ ਬ੍ਰਿਕਸ਼ ਜਿਹੜੇ ਆ ਨਾ ਜੀ, ਇਹ ਸਿਰਫ ਤਾਂ ਸਿਰਫ ਹਿਮਾਲਿਆ ਦੇ ਬ੍ਰਿਕਸ਼ ਨੇ, ਉੱਧਰ ਹੀ ਇਹ ਪਾਏ ਜਾਂਦੇ ਨੇ। ਪਰ ਇਹ ਅੱਜ ਪੰਜਾਬ 'ਚ ਵੀ ਤੁਹਾਨੂੰ ਦਿਖਾਈ ਦੇਣਗੇ ਪ੍ਰਭੂ ਦੀ ਕਿਰਪਾ ਨਾਲ, ਭਗਵਾਨ ਦੀ ਸ਼ਕਤੀ ਦੇ ਨਾਲ। ਸੋ ਇੱਕ ਵਾਰੀ ਜ਼ਰੂਰ ਇਸ ਦੁਆਰੇ 'ਤੇ ਆਇਓ, ਇਸ ਮੰਦਿਰ 'ਚ ਆਇਓ ਔਰ ਭਗਵਾਨ ਦੇ ਦਰਸ਼ਨ ਕਰਿਓ ਔਰ ਸੱਚਾਈ ਮੰਨਿਓ
ਵੀ ਭਗਵਾਨ ਸਾਖਸ਼ਾਤ ਇੱਥੇ ਵਿਰਾਜਮਾਨ ਨੇ, ਭੋਲੇਨਾਥ ਸਾਖਸ਼ਾਤ ਵਿਰਾਜਮਾਨ ਨੇ। ਸੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ, ਭੋਲੇਨਾਥ ਦੇ ਦਰਸ਼ਨ ਕਰਾਉਂਦੇ ਹਾਂ, ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ, ਉਹ ਤੁਹਾਨੂੰ ਜੰਗਲ ਦਾ ਰਹੱਸ ਵੀ ਦੱਸਾਂਗੇ, ਔਰ ਬਾਬਾ ਜੀ ਦਾ ਧੂਣਾ ਜਿਹੜਾ ਉਹਦੇ ਵੀ ਦਰਸ਼ਨ ਕਰਾਵਾਂਗੇ। ਕਹਿੰਦੇ ਵੀ ਸਦੀਆਂ ਤੋਂ ਚੱਲਦਾ ਆ ਰਿਹਾ ਧੂਣਾ ਬਾਬਾ ਜੀ ਦਾ, ਅੱਜ ਵੀ 24 ਘੰਟੇ ਉਹ ਧੂਣਾ ਚੱਲਦਾ ਵਾ ਜੀ। ਸੋ ਜਿਹੜੀਆਂ ਪਵਿੱਤਰ ਬੌਲੀਆਂ ਇੱਥੇ ਜਿੱਥੇ ਲੋਕ ਇਸ਼ਨਾਨ ਕਰਦੇ ਆ, ਕਿਸੇ ਵੀ ਤਰ੍ਹਾਂ ਦੀ ਕਹਿੰਦੇ ਬਿਮਾਰੀ ਹੋਏ ਤਾਂ ਉਸ ਬਿਮਾਰੀ ਦਾ ਇਲਾਜ ਜਿਹੜਾ ਵਾ ਜੀ ਇਸ ਬੌਲੀ ਵਿੱਚ ਆ। ਇੱਥੇ ਇਸ਼ਨਾਨ ਕਰਨ ਦੇ ਨਾਲ ਹੀ ਜਿਹੜਾ ਵਾ ਨਾ ਆਦਮੀ ਤੰਦਰੁਸਤ ਹੋ ਜਾਂਦਾ ਜੀ, ਇਨਸਾਨ ਤੰਦਰੁਸਤ ਹੋ ਜਾਂਦਾ ਵਾ, ਇੰਨੀ ਕੁ ਕਿਰਪਾ ਵੀ ਇੱਥੇ ਆ ਜੀ। ਸੋ ਚੱਲਦੇ ਹਾਂ ਮੰਦਿਰ ਦੇ ਅੰਦਰ ਔਰ ਭਗਵਾਨ ਦੇ ਦਰਸ਼ਨ ਕਰਦੇ ਹਾਂ ਜੀ, ਭੋਲੇਨਾਥ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਔਰ ਬਾਬਾ ਜੀ ਨਾਲ ਗੱਲਬਾਤ ਕਰਦੇ। ਸੋ ਜਿਹੜੇ ਸ਼ਰਧਾਲੂ ਇਸ ਦਰਬਾਰ 'ਚ ਆਉਂਦੇ ਨੇ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਭੈਣ ਜੀ ਕਿੰਨੇ ਸਾਲ ਤੋਂ ਆ ਰਹੇ ਹੋ ਔਰ ਕੀ ਪ੍ਰਾਪਤ ਕੀਤਾ ਇੱਥੇ ਆ ਕੇ? ਇੱਥੇ ਆ ਕੇ ਬਹੁਤ ਕੁਝ ਪ੍ਰਾਪਤ ਹੋਇਆ ਜੀ। ਮੇਰਾ ਬੇਟਾ ਇੱਥੋਂ ਦਾ ਹੀ ਹੈ ਜੀ, 12 ਸਾਲਾਂ ਬਾਅਦ ਮੇਰਾ ਬੇਟਾ ਇੱਥੋਂ ਹੋਇਆ। ਅੱਛਾ ਜੀ। ਹਾਂਜੀ, ਬਹੁਤ ਕੁਝ ਦਿੱਤਾ ਇਸ ਮਾਲਕ ਨੇ ਸਾਨੂੰ, ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈ। ਕਹਿੰਦੇ ਖਾਲੀ ਹੱਥ ਹੁੰਦੇ ਜੀ, ਝੋਲੀਆਂ ਭਰ ਭਰ ਜਾਂਦੇ। ਹਾਂਜੀ ਜੀ, ਬਿਲਕੁਲ ਜੀ, ਸੱਚ ਹੈ ਜੀ, ਸੱਚ ਹੈ। ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਆਉਂਦੇ ਨੂੰ? ਸਾਨੂੰ ਇੱਥੇ ਆਂਦੇ ਹੋ ਗਏ 27-28 ਸਾਲ ਹੋ ਗਏ। 27-28 ਸਾਲ ਜੀ। ਹਾਂਜੀ, ਬਿਲਕੁਲ ਸਭ ਕੁਝ ਦਿੱਤਾ ਮਹਾਰਾਜ ਨੇ ਤੁਹਾਨੂੰ? ਸਭ ਕੁਝ ਦਿੱਤਾ ਮਾਲਕ ਨੇ। ਅੱਛਾ, ਇਹ ਮੰਦਿਰ ਜਿਹੜਾ ਜੰਗਲ ਵੀ ਇੱਥੇ ਬੜਾ ਵੱਡਾ ਦੇਖਣ ਨੂੰ ਮਿਲਦਾ ਨਾ? ਹਾਂਜੀ ਹਾਂਜੀ, ਇੱਥੇ ਕੋਈ ਜੋਗੀ ਸੀ, ਅਸੀਂ ਵੀ ਸੁਣਿਆ ਹੀ ਹੈ ਕਿਸੇ ਕੋਲੋਂ, ਕਹਿੰਦੇ ਜੋਗੀ ਸੀ, ਉਹ ਤਪੱਸਿਆ ਕਰ ਰਹੇ ਸੀ, ਤੇ ਇੱਕ ਮੇਰੇ ਵਰਗਾ ਕੋਈ ਨਾਸਤਿਕ ਆਣ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਥੋਂ ਉੱਠੋ, ਅਸੀਂ ਆਪਣੀ ਪੈਲੀ ਇੱਥੇ ਵਾਹਣੀ ਆ। ਤੇ ਉਹ ਨਹੀਂ ਮੰਨਿਆ, ਫਿਰ ਉਹ ਗੁੱਸੇ 'ਚ ਆਣ ਕੇ ਕਹਿੰਦੇ ਜਾ ਤੂੰ ਪੈਲੀ ਵਾਲਾ ਆਪਣੀ, ਇੱਥੇ ਜੰਗਲ ਹੀ ਜੰਗਲ ਹੋਣਗੇ ਬਸ। ਉਹ ਬਚਨ ਜਿਹੜੇ ਸਹੀ ਹੋ ਗਏ ਨਾ? ਉਹ ਬਚਨ ਸਹੀ ਹੋ ਗਏ ਤੇ ਇਹ ਚਟਪਟ ਬਣੀ, ਤਾਂ ਹੀ ਨਾਂ ਪਿਆ ਕਿ ਇਹ ਚਟਪਟ ਹੀ ਬਣੀ ਸੀ। ਇੱਥੋਂ ਦੀ ਲੱਕੜੀ ਤੁਸੀਂ ਵਰਤ ਸਕਦੇ ਹੋ, ਬਾਹਰ ਨਹੀਂ ਲੈ ਕੇ ਜਾ ਸਕਦੇ, ਨਾ ਇਹਨੂੰ ਵੇਚ ਸਕਦੇ ਹੋ। ਸਿਰਫ ਦਰਬਾਰ 'ਚ ਹੀ ਵਰਤੀ ਜਾਂਦੀ? ਦਰਬਾਰ 'ਚ ਵਰਤੀ ਜਾਂਦੀ ਹੈ, ਘਰਾਂ 'ਚ ਵੀ ਵਰਤ ਸਕਦੇ ਆ। ਹਾਂਜੀ। ਪਰ ਉਸੇ ਨੂੰ ਦੱਸਦੇ ਵੀ ਜਿਹੜਾ ਬਾਬਾ ਜੀ ਦਾ ਜਿੱਦਾਂ ਧੂਣਾ ਹੋ ਗਿਆ ਹੈ ਨਾ, ਜਾਂ ਲੰਗਰ ਹੋ ਗਿਆ, ਉਹਦੇ ਵਿੱਚ ਵਰਤੀ ਜਾਂਦੀ ਹੈ? ਹਾਂਜੀ, ਉਹਦੇ ਵਾਸਤੇ ਵਰਤੀ ਜਾਂਦੀ ਹੈ। ਨਹੀਂ, ਘਰ ਵੀ ਲੋਕੀ ਕਹਿੰਦੇ ਆ ਕਿ ਘਰਾਂ 'ਚ ਵੀ ਵਰਤ ਸਕਦੇ ਹੋ, ਪਰ ਇਸ ਮਤਲਬ ਜੂਹ ਤੋਂ ਬਾਹਰ ਨਹੀਂ ਲੈ ਕੇ ਜਾ ਸਕਦੇ। ਅੱਛਾ ਅੱਛਾ ਜੀ। ਹਾਂਜੀ, ਠੀਕ ਹੈ, ਸ਼ੁਕਰੀਆ ਜੀ। ਹਾਂਜੀ। ਦੇਖੋ ਇਹ ਸ਼ਰਧਾਲੂ ਨੇ ਜਿਹੜੇ ਆਏ ਨੇ ਔਰ ਸੱਚੀਆਂ ਸੁੱਚੀਆਂ ਗੱਲਾਂ ਕਰ ਰਹੇ ਨੇ, ਔਰ ਸੱਚਾਈ ਹੈ ਬਿਲਕੁਲ ਜੀ। ਅਪਾਰ ਕਿਰਪਾ ਜਿਹੜੀ ਹੈ ਨਾ ਬਾਬਾ ਜੀ ਦੀ, ਇਸ ਦਰਬਾਰ ਦੀ ਕਿਰਪਾ ਜਿਹੜੀ ਆ ਸੰਗਤਾਂ 'ਤੇ ਹਮੇਸ਼ਾ ਬਣੀ ਰਹਿੰਦੀ ਹੈ ਜੀ। ਸੋ ਅਸੀਂ ਮੰਦਿਰ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਜੀ, ਮੰਦਿਰ ਦੇ ਅੰਦਰ ਆ ਚੁੱਕੇ ਹਾਂ। ਸੋ ਇਹ ਦੇਖੋ ਸੁੰਦਰ ਜਿਹੜਾ ਦੁਬਾਰਾ ਮੰਦਿਰ ਆ, ਸੁੰਦਰ ਭਗਵਾਨ ਦਾ ਵਾਸ ਹੈ ਇੱਥੇ ਜੀ। ਮੰਦਿਰ 'ਚ ਐਂਟਰ ਕਰਦੇ ਸਾਰੇ ਤੁਹਾਨੂੰ ਮਹਾਵੀਰ ਬਜਰੰਗਬਲੀ ਦੀ ਸੁੰਦਰ ਮੂਰਤੀ ਦੇ ਦਰਸ਼ਨ ਹੋਣਗੇ ਜੀ। ਵਿਸ਼ਾਲ ਮੂਰਤੀ ਆ ਜੀ, ਇਹ ਦਰਸ਼ਨ ਹੋਣਗੇ। ਪਹਿਲਾਂ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਜੀ ਮਹਾਵੀਰ ਬਜਰੰਗਬਲੀ ਦੇ, ਉਸ ਤੋਂ ਬਾਅਦ ਅਸੀਂ ਅੰਦਰ ਚੱਲਦੇ ਹਾਂ। ਕਹਿੰਦੇ ਵੀ ਹਨੂੰਮਾਨ ਜੀ ਦੇ ਦੇਖੋ ਜਿੱਥੇ ਬਜਰੰਗਬਲੀ, ਸਭ ਤੋਂ ਪਹਿਲਾਂ ਬਜਰੰਗਬਲੀ ਦੀ ਪੂਜਾ ਅਰਚਨਾ ਹੁੰਦੀ ਹੈ ਜੀ, ਕਾਰੇ ਹੁੰਦਾ ਵਾ, ਉਸ ਤੋਂ ਬਾਅਦ ਅੱਗੇ ਜਿਹੜਾ ਵਾ ਸਾਰੇ ਕੰਮ ਹੁੰਦੇ ਆ ਜੀ। ਔਰ ਰਕਸ਼ਕ ਜਿਹੜੇ ਨਾ ਸਭ ਤੋਂ ਵੱਡੇ ਜਿਹੜੇ ਦੇਵਤਾ ਨੇ ਰਕਸ਼ਾ ਦੇ ਤੌਰ 'ਤੇ ਜਿਹੜੇ ਮੰਨੇ ਗਏ ਨੇ, ਉਹ ਹਨੂੰਮਾਨ ਜੀ ਨੇ, ਜਿਹੜੇ ਸੰਕਟ 'ਚੋਂ ਕੱਢਦੇ ਨੇ ਇਨਸਾਨ ਨੂੰ। ਕਿਸੇ ਵੀ ਸੰਕਟ 'ਚ ਤੁਸੀਂ ਫਸ ਜਾਓ ਤਾਂ ਉਹ ਭਗਵਾਨ ਜਿਹੜੇ ਆ ਮਹਾਵੀਰ ਬਜਰੰਗਬਲੀ ਜੀ, ਉਹ ਸੰਕਟ ਦੇ ਵਿੱਚੋਂ ਕੱਢ ਦਿੰਦੇ ਜੀ, 1 ਸਕਿੰਟ 'ਚ ਕੱਢ ਦਿੰਦੇ ਆ। ਸਿਰਫ ਤੁਸੀਂ ਇੱਕ ਵਾਰੀ ਯਕੀਨ ਕਰਕੇ ਮੰਨੋ ਸਹੀ। ਸੋ ਮਹਾਵੀਰ ਬਜਰੰਗਬਲੀ ਜੀ ਦੀ ਵਿਸ਼ਾਲ ਮੂਰਤੀ ਆ ਜੀ, ਉਹਦੇ ਤੁਹਾਨੂੰ ਦਰਸ਼ਨ ਕਰਾ ਰਿਹਾ ਵਾਂ। ਇਹਦੇ ਨਾਲ ਹੀ ਇਹ ਦੇਖੋ ਤੁਸੀਂ ਮੇਰੇ ਪਿਛਲੇ ਬੰਨੇ ਇਸ ਸਾਈਡ 'ਤੇ ਜਿਹੜਾ ਵਾ ਸੁੰਦਰ ਦੀਵਾਰਾ ਵਾ ਜੀ, ਚਟਪਟ ਦੇਖੋ, ਚਟਪਟ ਨਾਥ ਜੀ ਦਾ ਜਿਹੜਾ ਦੁਆਰਾ ਨਾ ਜੀ, ਇਹ ਸੁੰਦਰ ਦੁਆਰਾ ਵਾ ਜੀ। ਇਹ ਦੁਆਰੇ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਹੁਣ ਆਪਾਂ, ਔਰ ਭਗਵਾਨ ਦੇ ਦਰਸ਼ਨ ਕਰਾਣੇ ਤੁਹਾਨੂੰ ਜੀ ਘਰ ਬੈਠਿਆਂ ਨੂੰ। ਸੋ ਇਹ ਸਾਡੀ ਕੋਸ਼ਿਸ਼ ਹੈ ਨਾ ਜਿਹੜੀ ਅਸੀਂ ਲਗਾਤਾਰ ਸਾਡੀ ਜਾਰੀ ਰਹਿੰਦੀ ਹੈ ਜੀ। ਅਸੀਂ ਤੁਹਾਨੂੰ ਘਰ ਬੈਠਿਆਂ ਨੂੰ ਭਗਵਾਨ ਦੇ ਦਰਸ਼ਨ ਕਰਾਉਂਦੇ ਹਾਂ। ਸਾਡੇ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਿਆਂ ਦੇ ਜਿੰਨੇ ਵੀ ਧਾਰਮਿਕ ਸਥਾਨ ਆ ਜੀ, ਉਹਨਾਂ ਦੇ ਰੂਬਰੂ ਕਰਦੇ ਹਾਂ, ਉਹਨਾਂ ਦੇ ਦਰਸ਼ਨ ਕਰਾਉਂਦੇ ਹਾਂ। ਸੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਜੀ ਚਟਪਟ ਬਣੀ ਜਿਹੜੀ ਹੈ ਨਾ ਜੀ, ਜਿਹੜੀ ਰਾਤੋਂ ਰਾਤ ਜਿਹੜੀ ਬਣੀ ਹੈ ਜੀ, ਰਾਤੋਂ ਰਾਤ ਜੰਗਲ ਜਿਹੜਾ ਸਥਾਪਿਤ ਹੋਇਆ ਤਾ ਜੀ। ਔਰ ਭੋਲੇਨਾਥ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ, ਬਾਬਾ ਜੀ ਦੇ ਦਰਸ਼ਨ ਕਰਾਵਾਂਗੇ। ਸੋ ਮੰਦਿਰ ਦੇ ਅੰਦਰ ਚੱਲਦੇ ਹਾਂ ਔਰ ਬਾਬਾ ਜੀ ਨਾਲ ਗੱਲਬਾਤ ਵੀ ਕਰਾਂਗੇ ਔਰ ਭਗਵਾਨ ਦੇ ਤੁਹਾਨੂੰ ਦਰਸ਼ਨ ਵੀ ਕਰਾਉਂਦੇ ਹਾਂ ਜੀ। ਸੋ ਜਿਹੜੇ ਸ਼ਰਧਾਲੂ ਦਰਬਾਰ 'ਚ ਆ ਰਹੇ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਵੀ ਕੀ ਪ੍ਰਾਪਤ ਕੀਤਾ ਇਸ ਦਰਬਾਰ 'ਚ ਆ ਕੇ। ਭਾਜੀ ਕਿੰਨਾ ਸਮਾਂ ਹੋ ਗਿਆ ਇਸ ਦਰਬਾਰ 'ਚ ਆਉਂਦੇ ਔਰ ਕੀ ਪ੍ਰਾਪਤ ਕੀਤਾ ਜੀ? 10-12 ਸਾਲ ਹੋ ਗਏ ਹੁੰਦੇ ਨੂੰ। ਹਰ ਇੱਕ ਚੀਜ਼ ਮਿਲਦੀ ਹੈ ਮੰਗੇ ਦੇ, ਖਾਲੀ ਝੋਲੀਆਂ ਵੀ ਭਰਦੇ ਆ, ਸਾਰਾ ਕੁਝ ਮਿਲਦਾ ਹੈ ਉੱਥੇ। ਤੁਸੀਂ ਭੈਣ ਜੀ ਕਿੱਥੋਂ ਆਏ ਸੀ? ਜੀ ਪਠਾਨਕੋਟ ਤੋਂ ਆਏ ਜੀ। ਹਾਂਜੀ। ਕਿੰਨਾ ਸਮਾਂ ਹੋ ਗਿਆ ਜੀ? ਸਮਾਂ ਬਹੁਤ ਮਤਲਬ ਕਿ ਦੇਰ ਤੋਂ ਪਹਿਲਾਂ ਆਉਂਦੇ ਹਾਂ। ਹਾਂਜੀ, ਤੇ ਸਭ ਕੁਝ ਮਿਲਦਾ ਹੈ ਇੱਥੋਂ। ਹਾਂਜੀ, ਜੋ ਵੀ ਮੰਗਦੇ ਆ ਮੁਰਾਦਾਂ ਪੂਰੀਆਂ ਕਰਦੇ ਆ ਬਾਬਾ ਜੀ। ਕਹਿੰਦੇ ਖਾਲੀ ਹੱਥ ਹੁੰਦੇ ਜੀ, ਝੋਲੀਆਂ ਭਰ ਦਿੰਦੇ। ਹਾਂਜੀ ਹਾਂਜੀ, ਸੱਚ ਵਾ ਜੀ? ਹਾਂਜੀ ਸੱਚ ਹੈ ਜੀ। ਤੁਸੀਂ ਵੀ ਪਠਾਨਕੋਟ ਤੋਂ? ਹਾਂਜੀ ਪਠਾਨਕੋਟ ਤੋਂ ਜੀ, ਚੱਕੀ ਬੈਂਕ ਤੋਂ ਜੀ। 10 ਸਾਲ ਦੀ ਸਾਨੂੰ ਵੀ 10-15 ਸਾਲ ਹੋ ਗਿਆ ਇੱਥੇ ਆਉਂਦੇ। ਅੱਛਾ ਜੀ। ਕਾਫੀ ਜਗ੍ਹਾ ਮਾਨਤਾ ਹੈ, ਝੋਲੀਆਂ ਭਰਦੇ ਆ ਬਾਬਾ ਜੀ। ਅੱਛਾ, ਇੱਕ ਚੀਜ਼ ਹੋਰ ਦੇਖੀ ਹੈ, ਸ਼ਾਂਤੀ ਬੜੀ ਇੱਥੇ ਹੈ ਨਾ ਜੀ? ਹਾਂਜੀ, ਇਹ ਇੱਕ ਅਲੱਗ ਫੀਲਿੰਗ ਹੁੰਦੀ ਹੈ। ਹਾਂਜੀ ਸ਼ਾਂਤੀ ਆ, ਮੈਨੂੰ ਉੱਥੇ ਆ ਕੇ ਸ਼ਾਂਤੀ ਮਿਲਦੀ ਬਹੁਤ ਫੀਲਿੰਗ ਵਿੱਚ। ਭੈਣ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ?
ਮੈਨੂੰ ਵੀ 10-12 ਸਾਲ ਹੋ ਗਏ ਆਂਦੇ। ਹਾਂਜੀ, ਮੇਰੇ ਅੱਗੇ ਕੋਈ ਬੱਚਾ ਨਹੀਂ ਜੀ, ਹੁਣ ਬੇਟੀ ਹੈ ਮੇਰੇ ਅੱਗੇ। ਵਾਹ ਜੀ ਵਾਹ, ਹਾਂਜੀ ਮਹਾਰਾਜ ਭੋਲੇਨਾਥ ਦੀ ਕਿਰਪਾ ਹੈ। ਹਾਂਜੀ ਹਾਂਜੀ ਕੀ ਬਾਤ, ਬਹੁਤ ਖੁਸ਼ ਹਾਂ ਹੁਣ। ਵਾਹ ਜੀ ਵਾਹ। ਹਾਂਜੀ ਦੇਖੋ ਝੋਲੀਆਂ ਭਰ ਦਿੰਦੇ ਆ ਭਾਈ, ਤਾਂ ਕੀ ਕਹੋਗੇ ਤੁਸੀਂ? ਹਾਂਜੀ, ਬਹੁਤ ਵਧੀਆ ਜਗ੍ਹਾ ਜੀ, ਬਹੁਤ ਵਧੀਆ ਆਲੇ ਦੁਆਲੇ ਵਨ ਹੈ ਜੀ, ਬਹੁਤ ਵਧੀਆ। ਇੱਥੇ ਆਓ ਤੇ ਆਪਣੇ ਜੋ ਤੁਹਾਡੀ ਸੁੱਖਣਾ ਉੱਥੇ ਕਰੋ ਤੇ ਜੋ ਮਾਲਕ ਜ਼ਰੂਰ ਦੇਗਾ। ਅੱਜ ਸਾਵਨ ਦਾ ਅੱਜ ਪਹਿਲਾ ਸੋਮਵਾਰ ਆ। ਬਿਲਕੁਲ ਬਿਲਕੁਲ। ਹਾਂ, ਇਸੇ ਕਰਕੇ ਅਸੀਂ ਆਏ ਹਾਂ ਇੱਥੇ ਤੇ ਆਪਣੀ ਮਨੋਕਾਮਨਾ ਲੈ ਕੇ ਆਏ ਹਾਂ। ਅੱਗੇ ਮਾਲਕ ਜ਼ਰੂਰ ਪੂਰੀ ਕਰੇਗਾ ਜੀ। ਇੱਕ ਵਿਸ਼ਵਾਸ ਹੈ ਜੀ, ਜ਼ਰੂਰ ਮਾਲਕ ਦੇਗਾ, ਸਭ ਕੁਝ ਦੇਗਾ। ਦਿੰਦੇ ਵੀ ਹੈਗੇ ਆ ਜੀ, ਉਹ ਦਿੰਦੇ ਆ, ਉਹ ਕਮੀ ਨਹੀਂ ਛੱਡਦੇ ਕੋਈ ਜੀ। ਸੱਚੇ ਮਨ ਨਾਲ ਆਓ ਤੁਸੀਂ ਤਾਂ ਤੁਹਾਨੂੰ ਸਭ ਕੁਝ ਦੇਣਗੇ ਜੀ। ਉਹ ਕਦੀ ਵੀ ਖਾਲੀ ਹੱਥ ਨਹੀਂ ਮੋੜਦੇ ਜੀ। ਤੁਸੀਂ ਵਿਸ਼ਵਾਸ ਰੱਖ ਕੇ ਇੱਕ ਵਾਰੀ ਆਓ ਜ਼ਰੂਰ, ਦਰਬਾਰ 'ਚ ਆਓਗੇ ਤਾਂ ਤੁਹਾਨੂੰ ਸਭ ਕੁਝ ਪ੍ਰਾਪਤ ਹੋਏਗਾ ਜੀ। ਸੋ ਮੰਦਿਰ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਸੀ, ਤੁਹਾਨੂੰ ਦੱਸ ਰਹੇ ਸੀ ਵੀ ਇਹ ਪਵਿੱਤਰ ਸਥਾਨ ਆ ਔਰ ਭੋਲੇਨਾਥ ਦੀ ਅਪਾਰ ਕਿਰਪਾ ਵਾ ਜੀ। ਉਹ ਸੰਗਤਾਂ ਦੀ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਵੀ ਖਾਲੀ ਹੱਥ ਸ਼ਰਧਾਲੂ ਹੁੰਦੇ ਨੇ ਜੀ ਔਰ ਝੋਲੀਆਂ ਭਰ ਭਰ ਕੇ ਜਾਂਦੇ ਨੇ ਜੀ। ਅਪਾਰ ਕਿਰਪਾ ਜਿਹੜੀ ਸੰਗਤਾਂ 'ਤੇ ਨਾ ਜੀ ਇਸ ਜਗ੍ਹਾ ਦੀ ਬਣੀ ਰਹਿੰਦੀ ਹੈ, ਬਾਬਾ ਜੀ ਦੀ ਕਿਰਪਾ ਬਣੀ ਰਹਿੰਦੀ ਹੈ। ਸੋ ਬਾਬਾ ਜੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਜ਼ਿਆਦਾ ਜਾਣਕਾਰੀ ਸਾਨੂੰ ਬਾਬਾ ਜੀ ਦੇ ਸਕਦੇ ਨੇ। ਬਾਬਾ ਜੀ, ਇੱਕ ਤਾਂ ਸਾਉਣ ਮਹੀਨਾ ਹੋ ਗਿਆ ਸ਼ੁਰੂ ਜੀ, ਅੱਜ ਪਹਿਲਾ ਸੋਮਵਾਰ ਆ। ਦੂਸਰਾ ਜਿਹੜਾ ਇਸ ਸਥਾਨ ਦਾ ਜਿਹੜਾ ਮਹੱਤਵ ਆ ਉਹ ਵੀ ਸਾਨੂੰ ਥੋੜ੍ਹਾ ਦੱਸ ਦਿਓ ਨਾਲ। ਪਹਿਲੇ ਸਵਾਗਤ ਹੈ ਤੁਹਾਡਾ ਇਹ ਤਪ ਸਥਾਨ 'ਤੇ, ਜੋ ਆ ਤੁਸੀਂ ਕੀਮਤੀ ਵਕਤ ਕੱਢ ਕੇ ਤੁਸੀਂ ਬਾਬਾ ਚੜਪਨਾਈ ਕੇ ਧੂਣੇ 'ਤੇ ਦਰਸ਼ਨ ਕਰਨ ਵਾਸਤੇ ਆਏ ਹੋ। ਬਾਬਾ ਤੁਸੀਂ ਡਿਊਟੀ ਲਾਉਂਦੇ ਹੋ ਤਾਂ ਅਸੀਂ ਆ ਜਾਂਦੇ ਜੀ। ਜੋ ਪ੍ਰਾਚੀਨ ਧੂਣਾ ਸਦੀਆਂ ਪੁਰਾਣਾ ਜੋ ਚੱਲ ਰਿਹਾ ਹੈ, ਅਖੰਡ 24 ਘੰटे जो धूना चलता है, तो ਸਾਰਿਆਂ ਨੂੰ मैं देशवासियों ਨੂੰ भी सावन मास के पहले जो सोमवार का दिन है ਸਾਰਿਆਂ ਨੂੰ शुभकामना देना हाँ, सारे बहुत बहुत बधाई देना हाँ। और भोले बाबा जी सब भक्तों की मनोकामना पूरी करे। और ये सावन मास बड़ा पवित्र मास है, जो इसी सावन मास में बाबा भोलेनाथ जी शंकर भगवान जी ने माता पार्वती को अमर कथा सुनाई थी। जो आज जो अमर यात्रा चल रही है अमरनाथ की, तो आज उन्हीं की देन है। तो भोले बाबा साक्षात सावन मास में मानो की धरती में विराजमान साक्षात सावन मास में हो जाते हैं। और इंद्र देवता भगवान भी, वरुण देवता सभी अपने जो बूंदाबांदी से उनका स्वागत करते हैं। धरती के ऊपर अपना जो जल अर्पण करते हैं, जल अभिषेक करते हैं, उन्हीं के बूंदाबांदी से होता है। तो आज सावन मास के पहले जो सोमवार का दिन थी, तो तप स्थान सिद्धवा चड़पनाई अनेकों प्रांतों से इतने संगत पहुंची है और जिन्होंने बाबा भोलेनाथ जी के जल अर्पण किया और जल दूध दही शहद गंगा जल शक्कर के साथ उनका अभिषेक कराया और बिल पत्र उनको अर्पण किए। तो भोले बाबा जी उनकी मनोकामना पूरी करे, सावधान का ध्यान करे, उनके कष्ट दुख दूर करे। सिद्ध बाबा चड़पनाई के स्थान पर जो आए हैं आप, तो ये चड़पनाई का बहुत प्राचीन स्थान है, जो लगभग 1600-1700 वर्ष ये स्थान है। ये जो स्थान है ये ऐसे बोल के साधारण नहीं, बड़ी एक भावुक उनके अनमोल जी कथा है बाबा जी की, गौरव में कथा है, पूरे विश्व में ये प्रसिद्ध है। क्योंकि ये 84 सिद्धों में से बाबा चड़पनाई का जो स्थान है, जो 84 सिद्ध में बाबा चड़पनाई के आते हैं, गुरु गोरखनाथ के शिष्य जिन्होंने मणिमेश की यात्रा की खोज की है। इसका आज भी प्रमाण है को राधा अष्टमी दिन जो मणिमेश की यात्रा चलती है, श्री कृष्ण जन्माष्टमी ऊपर जो यात्रा आरंभ होती है और राधा अष्टमी तक यात्रा चलती है। और राधा अष्टमी के दिन ये सावन जो बाबा की जो चलती है सड़ी मुबारक, जो सड़ी जाती है चंबा से बाबा जी की पद यात्रा जाती है चड़पनाथ जी की, इसका आज भी ये फरमान है, उल्लेख है इसका ग्रंथों में। तो ये बाबा चड़पनाई का तप स्थान है, लगभग 1600-1700 वर्ष पुराना स्थान। एक ही रात में जो 4 घंटे के बीच बाबा जी ने कुछ अपनी योग माया से ये तप स्थान बना दिया, जंगल खड़ा कर दिया था। और इस तप स्थान पर जो श्रद्धालु दर्शन करने के आते हैं उनके बहुत मन की शांति प्राप्त होती है। उनके बाबा झोलियाँ भरते हैं, उनकी मनोकामनाएं पूरी करते हैं और भक्त खुद अपने मुख से बयान करते हैं कि जैसा नाम बाबा चड़पनाई का है वैसे एक चटपट काम करते हैं। ये तली के ऊपर सरों जमा के देखा है हमने। तो ये तप स्थान के ऊपर बाबा जी के दर्शन आज सावन मास में प्रथम सोमवार जो शुरू हुआ है, आगमन हुआ है, मैं सारे भक्तों का सारे का स्वागत करता हूँ। और आज के दिन भोले बाबा जी का प्रथम सोमवार, तो मैं बाबा जी के आगे प्रार्थना करता हूँ, भोले शंकर जी के अरदास करता हूँ तो सारे भक्तों की मनोकामना पूरी करे, उन्होंने व्रत संपूर्ण करे। तो ये चड़पनाई के तप स्थान पर भक्तों के लिए जहाँ दूर दराज से आता है उनके रहने के लिए भी यहाँ प्रबंध किया गया है, उनके खान पान के लिए प्रबंध किया गया है, जो व्रत उपवास रखते हैं उनके लिए भी ये प्रबंध किया गया है। और ये विशेष बात है यहाँ चड़पनाई के धूने पे तब चटपर बनी में 24 घंटे लंगर का भी विशेष प्रबंध किया गया है। तो ये अखंड धूनी के दर्शन करके बाबा चड़पनाई के अपने मन से प्राप्त फल प्राप्त करते हैं। लोग अपने आप को बड़े भाग्यशाली समझते हैं जो दूर दराज से जहाँ भक्तजन आते हैं। पंजाब JNK हिमाचल हरियाणा राजस्थान दिल्ली से कई जहाँ के दूर दराज से जहाँ स्टेट से संगत पहुँचती है। जय बाबा चड़पनाई की, जय भोलेनाथ।